ਸਤਨਾਮ ਸ੍ਰੀ ਵਾਹਿਗੁਰੂ। ਵੈਸਾਖ ਧੀਰਨ ਕਿਉ ਵਾਡੀਆਂ, ਜਿਨਾ ਪ੍ਰੇਮ ਬਿਸ਼ੋਹ। ਹਰ ਸਾਜਨ ਪੁਰਖ ਵਿਸਾਰ ਕੇ, ਲੱਗੀ ਮਾਇਆ ਤੋਹ। ਪੁੱਤਰ ਕਲਤਰ ਨਾ ਸੰਗ ਧਨਾ, ਹਰਿ ਅਵਿਨਾਸੀ ਓਹ। ਪਲਚ ਪਲਚ ਸਗਲੀ ਮੂਈ, ਝੂਠੇ ਧੰਦੇ ਮੋਹ। ਇਕਸ ਹਰਿ ਕੇ ਨਾਮ ਬਿਨ, ਅੱਗੇ ਲਈਏ ਖੋਹੇ। ਦਾਇ ਵਿਸਾਰ ਬਿਗੁਚਣਾ, ਪ੍ਰਭ ਬਿਨ ਅਵਰ ਨ ਕੋਇ। ਪ੍ਰੀਤਮ ਚਰਣੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੇ, ਜਾਂ ਸੰਤ ਭੇਟੇ ਹਰਿ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੇ, ਜਾਂ ਸੰਤ ਭੇਟੇ ਹਰਿ ਸੋਏ। ਪਰਮ ਸਨਮਾਨੀ ਯੋਗ, ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਆਪਾਂ ਲੜੀਵਾਰ ਚੱਲ ਰਹੀ ਪਾਵਨ ਪਵਿੱਤਰ 12 ਮਹਾਬਾਣੀ ਦੇ ਜਾਪ
ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਮਾਝ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹਨਾਂ 12 ਮਹੀਨਿਆਂ ਦਾ ਉਪਦੇਸ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਵੈਸਾਖ ਦੇ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵੈਸਾਖ ਦਾ ਮਹੀਨਾ ਉਹ ਮਹੀਨਾ ਹੈ ਜਦੋਂ ਸਰਦ ਦੀ ਰੁੱਤ ਤੋਂ ਬਾਅਦ ਮੌਸਮ ਗਰਮੀ ਦੀ ਰੁੱਤ ਵਿੱਚ ਤਬਦੀਲ ਹੁੰਦਾ ਹੈ। ਫਸਲਾਂ ਦੇ ਰੰਗ ਬਦਲ ਜਾਂਦੇ ਹਨ। ਦਰਖਤਾਂ ਉੱਤੇ ਕਰੰਬਲਾਂ ਫੁੱਟਣ ਤੋਂ ਬਾਅਦ ਬਸੰਤ ਦੀ ਰੁੱਤ ਤੋਂ ਬਾਅਦ ਸੂਰਜ ਦੀ ਤਪਸ਼ ਵੱਧਦੀ ਹੈ। ਖਗੋਲ ਤੇ ਭੂਗੋਲ ਵਿਗਿਆਨ ਅਨੁਸਾਰ ਸੂਰਜ ਧਰਤੀ ਦੇ ਨੇੜੇ ਆ ਜਾਂਦਾ ਹੈ। ਫਸਲਾਂ ਦੇ ਬਨਸਪਤੀ ਦੇ ਰੰਗ ਬਦਲ ਜਾਂਦੇ ਹਨ। ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਭਾਈ ਵੈਸਾਖ ਦੇ ਮਹੀਨੇ ਉਹਨਾਂ ਜੀਵ ਇਸਤਰੀਆਂ ਨੂੰ ਧੀਰਜ ਕਿੱਥੋਂ, ਸੁੱਖ ਕਿੱਥੋਂ, ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਵਿਛੜੇ ਹੋਏ ਨੇ। ਕਿਉਂਕਿ ਇਸ ਰੁੱਤ ਦੇ ਅੰਦਰ ਮਨੁੱਖ ਨੂੰ ਦਰਖਤਾਂ ਦੀ ਛਾਂ ਚੰਗੀ ਲੱਗਦੀ ਹੈ। ਸੂਰਜ ਦੀ ਤਪਸ਼ ਵੱਧ ਜਾਂਦੀ ਹੈ ਕਿਉਂਕਿ ਸੂਰਜ ਧਰਤੀ ਦੇ ਨੇੜੇ ਆ ਜਾਂਦਾ ਹੈ। ਪਾਤਸ਼ਾਹ ਨੇ ਕਿਹਾ, ਸੰਸਾਰੀ ਤੌਰ 'ਤੇ ਲੋਕਾਂ ਦੇ ਪਦਾਰਥ ਨੇੜੇ ਆ ਜਾਂਦੇ ਹਨ, ਪੁੱਤਰ ਧੀਆਂ, ਪੈਸਾ, ਧਨ, ਦੌਲਤ, ਪਦਾਰਥ, ਪਰ ਮਨ ਨੂੰ ਸਕੂਨ ਤੇ ਸੁੱਖ ਨਹੀਂ, ਕਿਉਂਕਿ ਉਹ ਪਰਮੇਸ਼ਰ ਨਾਲੋਂ ਦੂਰ ਹੋ ਜਾਂਦੇ ਹਨ। ਰੱਬ ਤੋਂ ਵਿਛੜੇ ਹੋਇਆਂ ਨੂੰ ਸੁੱਖ ਕਿੱਥੋਂ, ਕਿਉਂਕਿ ਦਾਤਾਂ ਬਹੁਤ ਮਿਲ ਜਾਂਦੀਆਂ ਹਨ ਪਰ ਦਾਤੇ ਤੋਂ ਦੂਰ ਹੋ ਜਾਈਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਹੇ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਇਸ ਤਰ੍ਹਾਂ ਸਿਮਰ, ਇੱਕ ਉੱਤੇ ਭਰੋਸਾ ਵਿਸ਼ਵਾਸ ਰੱਖ ਕੇ। ਇੱਕ ਉਦਾਹਰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਦਿੱਤੀ। ਕਹਿੰਦੇ ਹਨ, ਇੱਕ ਦਰਵਾਜ਼ੇ ਉੱਤੇ ਕੁੱਤਾ ਬੈਠਾ ਰਵੇ ਤਾਂ ਰੋਜ਼ ਆਉਣ ਵਾਲੇ ਉਸ ਕੁੱਕਰ ਨੂੰ ਵੀ ਘਰ ਵਾਲਾ ਰੋਜ਼ ਜ਼ਿੰਮੇਵਾਰੀ ਸਮਝ ਕੇ ਰੋਟੀ, ਭੋਜਨ, ਪ੍ਰਸ਼ਾਦਾ, ਦੁੱਧ ਪਾਉਣ ਲੱਗ ਪੈਂਦਾ ਹੈ। ਭਾਵੇਂ ਉਸਨੇ ਉਸ ਨੂੰ ਰੱਖਿਆ ਨਹੀਂ ਹੋਇਆ, ਪਰ ਉਹਦੇ ਦਰਵਾਜ਼ੇ ਉੱਤੇ ਰੋਜ਼ ਆ ਕੇ ਬਹਿੰਦਾ ਹੈ। ਫਿਰ ਉਹ ਘਰ ਵਾਲਾ ਵੀ ਘਰ ਦਾ ਮਾਲਕ ਜ਼ਿੰਮੇਵਾਰੀ ਸਮਝਦਾ ਹੈ, ਇਹ ਭਾਵੇਂ ਮੇਰਾ ਨਹੀਂ ਹੈ ਪਰ ਮੇਰੇ ਦਰ ਉੱਤੇ ਬਹਿ ਗਿਆ, ਉਸ ਨੂੰ ਦੁੱਧ ਰੋਟੀ ਉਹ ਘਰ ਦਾ ਮਾਲਕ ਪਾਉਣ ਲੱਗ ਪੈਂਦਾ। ਪਾਤਸ਼ਾਹ ਨੇ ਉਦਾਹਰਨ ਦੇ ਕੇ ਕਿਹਾ, ਕਹਿੰਦੇ ਭਾਈ ਜਿਵੇਂ ਇੱਕ ਦਰਵਾਜ਼ੇ 'ਤੇ ਬਹਿਣ ਵਾਲਾ ਕੁੱਕਰ ਭੁੱਖਾ ਨਹੀਂ ਰਹਿੰਦਾ, ਇੱਦਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਰੱਖ ਕੇ ਨਾਮ ਜਪ, ਤੈਨੂੰ ਕੋਈ ਤੋਟ ਨਹੀਂ ਆ ਸਕਦੀ। ਹਜ਼ੂਰ ਬਚਨ ਕਹਿੰਦੇ ਨੇ, ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਣ ਤਜਤ ਨਹੀਂ ਨਿਤ। ਸਵਾਣ ਕਹਿੰਦੇ ਕੁੱਤੇ ਨੂੰ। ਕਹਿੰਦੇ ਭਾਈ ਉਹ ਦਰਵਾਜ਼ਾ ਨਹੀਂ ਛੱਡਦਾ ਤਾਂ ਮਾਲਕ ਉਹਨੂੰ ਰੋਟੀ ਪਾਏ ਦਿੰਦਾ। ਤੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਨਾ ਛੱਡ, ਉਸ ਤੋਂ ਦੂਰ ਨਾ ਜਾ, ਪਦਾਰਥ ਲੈ ਕੇ ਭੁੱਲ ਨਾ ਜਾਈ। ਉਹ ਪਰਮਾਤਮਾ ਤੇਰੇ ਉੱਤੇ ਨਦਰ ਕਿਰਪਾ ਜ਼ਰੂਰ ਕਰੇਗਾ। ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਣ ਤਜਤ ਨਹੀਂ ਨਿਤ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਇੱਕ ਮਨ ਇੱਕ ਚਿੱਤ ਨਾਲ ਇੱਦਾਂ ਨਾਮ ਜਪ, ਜਿਵੇਂ ਟੇਕ ਰੱਖ ਕੇ ਉਹ ਆਉਂਦਾ, ਉਹ ਭੁੱਖਾ ਨਹੀਂ ਜਾਂਦਾ। ਇੱਦਾਂ ਇੱਕ ਤੇ ਟੇਕ ਰੱਖ ਕੇ ਰੋਜ਼ ਸਿਮਰ ਸਤਨਾਮ ਸ੍ਰੀ ਵਾਹਿਗੁਰੂ, ਤੂੰ ਸੁਖੀ ਹੋ ਜਾਏਗਾ। ਵੈਸਾਖ ਦੇ ਮਹੀਨੇ ਦਿਨ ਵੱਡੇ ਹੋ ਜਾਂਦੇ ਨੇ, ਸੂਰਜ ਧਰਤੀ ਦੇ ਨੇੜੇ ਹੋ ਜਾਂਦਾ ਹੈ, ਪਰ ਆਪਾਂ ਸੂਰਜ ਵੱਲ ਵੇਖ ਨਹੀਂ ਸਕਦੇ। ਕਿਉਂ? ਦਿਨ ਵੱਡਾ ਹੋ ਗਿਆ, ਸੂਰਜ ਦੀ ਤਪਸ਼ ਵੱਧ ਗਈ ਹੈ।
ਪਾਤਸ਼ਾਹ ਨੇ ਵਚਨ ਕਹੇ, ਭਾਈ ਇਸ ਤਰ੍ਹਾਂ ਧਨ ਦੌਲਤ ਪਦਾਰਥ ਵੱਧ ਗਏ ਨੇ, ਦੇਣ ਵਾਲਾ ਦਾਤਾ ਜਿਹੜਾ ਆਪਾਂ ਉਸ ਤੋਂ ਦੂਰ ਹੋ ਗਏ, ਫਿਰ ਉਹਨੂੰ ਜ਼ਿੰਦਗੀ ਵਿੱਚ ਸੁੱਖ ਨਹੀਂ ਮਿਲ ਸਕਦਾ। ਸੋਹੀ ਰਾਗ ਅੰਦਰ ਇੱਕ ਬਾਣੀ ਆਉਂਦੀ ਹੈ, ਉਸ ਬਾਣੀ ਦਾ ਨਾਮ ਪਾਤਸ਼ਾਹ ਨੇ ਸਿਰਲੇਖ ਦਿੱਤਾ ਹੈ, ਸੁਚੱਜੀ ਫਿਰ ਕੁਚੱਜੀ ਫਿਰ ਗੁਣਵੰਤੀ। ਜਦੋਂ ਉਹਦੇ ਵਿੱਚ ਕੁਚੱਜੀ ਵਾਲਾ ਚੈਪਟਰ ਆਇਆ ਨਾ, ਉੱਥੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਬਿਆਨ ਕੀਤਾ ਹੈ ਵੀ ਕੁਚੱਜੀ ਕੌਣ ਹੈ, ਕਿਉਂ ਕੁਚੱਜੀ ਹੈ। ਜਿਸ ਨੂੰ ਸਲੀਕਾ ਨਹੀਂ ਹੈ, ਕੋਈ ਚੱਜ ਨਹੀਂ ਹੈ, ਕੋਈ ਆਚਾਰ ਨਹੀਂ ਹੈ। ਉਹਦੇ ਵਿੱਚ ਅਰਦਾਸ ਕੀਤੀ ਗਈ, ਹੈ ਅਕਾਲ ਪੁਰਖ ਵਾਹਿਗੁਰੂ, ਮੇਰੇ ਵਿੱਚ ਇੰਨੇ ਦੋਸ਼ ਹਨ, ਮੈਨੂੰ ਚੱਜ ਨਹੀਂ ਹੈ ਤੈਨੂੰ ਜਪਣ ਦਾ, ਮੈਨੂੰ ਚੱਜ ਸਲੀਕਾ ਨਹੀਂ ਹੈ, ਮੈਂ ਕਿਵੇਂ ਤੇਰੇ ਦਰ ਤੇ ਪ੍ਰਵਾਨ ਹੋਵਾਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਸ਼ਬਦ ਵਿੱਚ ਔਗਣ ਗਣਾਉਂਦੇ, ਕਹਿੰਦੇ ਇੰਨੇ ਕੌਗਣ ਇੰਨੇ ਕੁ ਦੋਸ਼ ਹਨ ਕਿ ਉਹ ਮੇਰੇ ਵਿੱਚ ਸਮਾ ਨਹੀਂ ਰਹੇ। ਮੰਝ ਕੁਚੱਜੀ ਅਮਾਵਣ ਡੋਸੜੇ, ਡੋਸੜੇ ਦਾ ਅਰਥ ਹੈ ਦੋਸ਼, ਅਮਾਵਣ ਦਾ ਅਰਥ ਹੈ ਸਮਾ ਨਹੀਂ ਰਹੇ। ਕਹਿੰਦੇ ਮੰਝ ਕੁਚੱਜੀ ਅਮਾਵਣ ਡੋਸੜੇ, ਹੋ ਕਿਉਂ ਸ਼ੌਰਾਵਣ ਜਾਓ ਜੀਓ। ਕਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਾਂ, ਉਸ ਤੋਂ ਵਿਛੜ ਕੇ ਹੁਣ ਧੀਰਜ ਨਹੀਂ ਹੈ। ਵਿਸਾਖ ਧੀਰਨ ਕਿਉਂ ਵਾਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਰੱਬ ਦੀ ਹੋਂਦ ਤੋਂ, ਉਹਦੇ ਪਿਆਰ ਤੋਂ ਦੂਰ ਹੋ ਗਏ, ਵਿਛੜ ਗਏ। ਪਦਾਰਥਾਂ ਦੇ ਹੁੰਦਿਆਂ ਫਿਰ ਸੁੱਖ ਨਹੀਂ ਹੈ, ਕਿਉਂਕਿ ਦੇਣ ਵਾਲਾ ਪਰਮੇਸ਼ਰ ਭੁੱਲ ਗਿਆ। ਮੰਝ ਕੁਚੱਜੀ ਅਮਾਵਣ ਡੋਸੜੇ, ਹੋ ਕਿਉਂ ਸ਼ੌਰਾਵਣ ਜਾਏ ਜੀਓ। ਹੇ ਅਕਾਲ ਪੁਰਖ ਵਾਹਿਗੁਰੂ, ਕਿਵੇਂ ਤੈਨੂੰ ਮਿਲਾਂ। ਹਿੱਕ ਦੂ ਹਿੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਉ ਜੀਓ। ਜੇ ਥੋੜ੍ਹਾ ਬਹੁਤਾ ਪੂਜਾ ਪਾਠ ਕਰ ਵੀ ਲਿਆ ਤਾਂ ਉਹ ਸਵਾਰਥ ਵਾਸਤੇ ਕਿ ਮੇਰਾ ਕੰਮ ਪੂਰਾ ਹੋ ਜਾਏ, ਇੱਕ ਤੋਂ ਇੱਕ। ਹੇ ਅਕਾਲ ਪੁਰਖ ਵਾਹਿਗੁਰੂ, ਤੇਰਾ ਨਾਮ ਜਪਣ ਵਾਲੇ, ਸੇਵਾ ਕਰਨ ਵਾਲੇ, ਦਾਨ ਦੇਣ ਵਾਲੇ ਬੈਠੇ ਨੇ, ਜਿਨ੍ਹਾਂ ਦਾ ਨੇਮ ਬਹੁਤ ਵੱਡਾ ਹੈ। ਮੇਰਾ ਤਾਂ ਪਾਤਸ਼ਾਹ ਉਹਨਾਂ ਵਿੱਚ ਨਾਮ ਵੀ ਨਹੀਂ ਆਉਂਦਾ। ਕੌਣ ਜਾਣੇ ਮੇਰਾ ਨਾਉ ਜੀਓ। ਜਿਨੀ ਸਖੀ ਸੌਰਾਵਿਆ, ਜਿਨ੍ਹਾਂ ਨੇ ਸਖੀਆਂ ਨੇ, ਜਿਨ੍ਹਾਂ ਜੀਵ ਇਸਤਰੀਆਂ ਨੇ ਉਸ ਪਿਆਰੇ ਪਰਮਾਤਮਾ ਦੇ ਸੁੱਖ ਨੂੰ ਮਾਣਿਆ, ਉਹਦੇ ਨਾਮ ਦੇ ਰਸ ਨੂੰ, ਆਨੰਦ ਨੂੰ ਮਾਣਿਆ। ਸੇ ਅੰਬੀ ਛਾਵੜੀਏ ਜੀਓ। ਅੰਬੀ ਛਾਵੜੀਏ ਦਾ ਅਰਥ ਹੈ ਉਹ ਇਹੋ ਜਿਹੀ ਰੁੱਤ ਦੇ ਅੰਦਰ ਮਾਨੋ ਅੰਬਾਂ ਦੇ ਦਰਖਤਾਂ ਦੀ ਛਾਂ ਥੱਲੇ ਬੈਠੇ। ਸਭ ਤੋਂ ਠੰਡੀ ਤੇ ਸੰਘਣੀ ਅੰਬ ਦੀ ਛਾਂ ਹੈ। ਅੰਬ ਦੇ ਬੂਟੇ ਦੀ ਛਾਂ ਸਭ ਤੋਂ ਸੰਘਣੀ ਵੀ ਹੈ ਔਰ ਠੰਡੀ ਵੀ ਹੈ। ਜਿਨ੍ਹਾਂ ਨੇ ਨਾਮ ਦਾ ਰਸ ਮਾਣਿਆ, ਉਹ ਇਸ ਤਰ੍ਹਾਂ ਹਨ ਜਿਵੇਂ ਅੰਬ ਦੇ ਦਰਖਤ ਦੀ ਛਾਵੇਂ ਬੈਠੇ ਹੋਣ। ਜਿਨੀ ਸਖੀ ਸੌਰਾਵਿਆ, ਸੇ ਅੰਬੀ ਛਾਵੜੀਏ ਜੀਓ। ਹੁਣ ਕੁਚੱਜੀ ਕਿਉਂ ਹਾਂ, ਔਗਣ ਕਿਉਂ ਹਨ, ਇੰਨੇ ਦੋਸ਼ ਕਿਉਂ ਹਨ, ਉਹਦਾ ਰੀਜਨ ਦੱਸ ਰਿਹਾ ਸਾਧ ਸੰਗਤ। ਇਹ ਚੀਜ਼ ਆਪਣੇ ਸਾਰਿਆਂ ਉੱਤੇ ਐਪਲੀਕੇਬਲ ਹੁੰਦੀ ਹੈ। ਅਸੀਂ ਧਨ ਦੌਲਤ ਪਦਾਰਥ, ਦੁਨੀਆ ਦੀ ਸ਼ੌਹਰਤ, ਹੋਰ ਚੀਜ਼ਾਂ ਲੈ ਕੇ ਸ਼ਾਇਦ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦੇ ਹਾਂ। ਕੁਚੱਜੀ ਕਿਉਂ ਹੈ, ਫਿਰ ਉਹਦੇ ਔਗਣ ਦੱਸੇ। ਇਸ ਵਾਸਤੇ ਕੁਚੱਜੀ ਹਾਂ ਕਿ ਉਸ ਅਕਾਲ ਪੁਰਖ ਵਾਹਿਗੁਰੂ ਨੇ ਇੰਨਾ ਕੁਝ ਦਿੱਤਾ ਹੈ। ਸੋਇਨਾ ਰੂਪਾ ਰੰਗਲਾ, ਮੋਤੀ ਤੈ ਮਾਣਕ ਜੀਓ। ਉਹਨੇ ਧਨ ਦੌਲਤ ਪਦਾਰਥ, ਪਹਿਨਣ ਲਈ ਸੋਨਾ, ਹੋਰ ਚੀਜ਼ਾਂ ਪਦਾਰਥ ਇੰਨਾ ਕੁਝ ਦਿੱਤਾ। ਜਿਸ ਨੇ ਦਿੱਤਾ ਸੇ ਵਸਤੂ ਸਹਿ ਦਿੱਤੀਆਂ, ਮੈਂ ਤਿਨ ਸਿਉ ਲਾਇਆ ਚਿੱਤ ਜੀਓ। ਜਿਹੜੀਆਂ ਰੱਬ ਨੇ ਚੀਜ਼ਾਂ ਦਿੱਤੀਆਂ ਉਹਦੇ ਨਾਲ ਚਿੱਤ ਲਾ ਲਿਆ, ਦੇਣ ਵਾਲੇ ਨਾਲ ਨਹੀਂ ਚਿੱਤ ਲਾਇਆ। ਧਨ ਦੌਲਤ ਪਦਾਰਥ, ਸੋਨਾ, ਚੀਜ਼ਾਂ ਦੇਣ ਵਾਲੇ ਨਾਲ ਨਹੀਂ ਚਿੱਤ ਲਾਇਆ, ਸੋਨੇ ਨਾਲ ਚਿੱਤ ਲਾ ਲਿਆ। ਇਸ ਲਈ ਕੁਚੱਜੀ ਹਾਂ।
किसे वस्तु सै दित्तियां, मैं तिन स्यों लाया चित जियो। मंदिर मिट्टी संदड़े, पत्थर कीते रास जियो। कर दिता रब ने, महल दिते, रहन दे पदार्थ, सुख साधन दिते, पर ये सब कुछ होने के बावजूद हे अकाल पुरख वाहिगुरु कुचज्जी इसलिए हाँ कि हों इन्नी टोली भुली अस ओदे रस विच तैनों भुल गई। सौण वास्ते रब ने गद्दे बैड तां दिते, पर उत्ते पैण लग्गियां वाहिगुरु याद नहीं आया। छकण लई पदार्थ दिते, खाण लग्गियां वाहिगुरु चेते नहीं आया। पहनण लई वस्त्र दिते, पर हे अकाल पुरख वाहिगुरु तेरा दिता खा के पहन के तेरा नाम चेते नहीं आया, इसलिए कुचज्जी हो गई मैं। हो इन्नी टोली भुली अस, तिस कंत ना बैठी पास जियो। कहते देण वाले कंत मालक पति नाल परमेश्वर नाल एक पल भी नहीं बैठी। सब पदार्थ होंदे हैं देण वाले नाल एक पल वास्ते भी चित करके नहीं बैठी, उन्होंने याद नहीं किया सतनाम श्री वाहिगुरु, इसलिए कुचज्जी हो गई। तज महाराज बचन कहिंदे वैसाख धीरन क्यों वाढियां। भाई वो किवें सुखी रहन, विछड़े हुए ने, उन्होंने किवें धीर जावे मन नूं। जिन्हां प्रेम विछोह, हर साजन पुरख विसार कै, लगी माया तो। देण वाले दाते नूं, साजन नूं, रब नूं, वाहिगुरू नूं विसार दिता, संसार की माया का धरो लग गया, उहदे नाल खिच बन गई। ते जिन्हां चीज़ां नाल चित लाया वो की सी, आपां सारियां ने चित लाया होया काहदे नाल? पुत्र कलत्र न संग धना। जिन्हां नाल चित लाया है संग निभण वाले नहीं हैं। हुण इहदा भाव अर्थ ये नहीं है कि आपां परिवार नाल प्यार नहीं करना, पुत्तां धीआं नाल मोह नहीं करना, पर पातशाह कहिंदे सब कुछ रहिंदिआं तू याद रखना ये तेरे नाल निभण वाले नहीं, नाल तेरे को चीज़ जानी है। चित जोड़ के जप सतनाम श्री वाहिगुरु। तू पुत्तां धीआं परिवार विच भी रहना है, छड्डना नहीं, पर याद रखना ये कुटुंब तू जे देखदा चले नाही तेरे नाले, साथ तेरे चले नाही तिस नाल क्यों चित लाइए। ऐसा कम मूले न कीचै जित अंत पछोताई। इन्हां दी खातर पाप ना कर लई कोई, क्योंकि पुत्र कलत्र न संग धना, हर अविनाशी ओ। तेरे नाल सदा निभण वाला नाश रहत, वो तो सिर्फ वो परमात्मा है। पर संसार के लोग की करते? हजूर कहते पलच पलच सगली मोई, झूठे धंधे मोह। भाई वो झूठे धंधियां दे मोह विच खचत हो गए, वो धंधियां दे अंदर हलत पल तो नहीं गवा लिया, दुखी होए। सतगुरु गुरु अर्जन देव महाराज का एक सिख होया, लखनऊ की धरती दे रहन वाला भाई गुरदास साहब जी ने उसका जिक्र किया है। उसका नाम भाई चूड़ है। पातशाह के दर दा कवि होया, उन्हें एक कथा लिखी काव्य रूप विच। श्रोमणी गुरुद्वारा प्रबंधक कमेटी वालों एक पुस्तक छापी गई है, तो मन चाहो जिहड़ा तेरी एक कोट एको आधार। उस पुस्तक के अंदर ज्ञानी अर्जन सिंह होरां दी लिखी हुई है, उहदे विच एक चैप्टर ये आउंदा है। उस चैप्टर का नाम है दाता। वे देण वाला दाता भुल गया, दाता नाल प्यार हो गया, फिर वो दाते तो सदा लई दूर हो गए। उन्होंने कहानी लिखी, वो कहिंदे एक राजा सी, कई वरे गुजर गए, उस राजे ते राणी दे औलाद ना हुई। राणी उस राजे नूं बहुत प्यार करदी सी। उन्हें राजे नूं कह दिता जी जे अपने औलाद नहीं हो रही, तुसीं चाहो तुहानूं अंश वंश चाहिदी है, किते होर शादी विआह करा लो। जदों उस राणी दे औलाद ना हुई, राजे ने दूजा विआह करवा लिया। तो जदों दूसरी राणी महलां विच आई, उन्हें पहली राणी नाल ईरखा की। उन्हें राजे नूं कहा
मैनू पटरानी बनाओ, मैं तुहानू अंश वंश दिती है, मैनू पटरानी बनाओ, इस राणी नू महलों चों बाहर कड्डो। राजे ने उहदे मगर लग के उहदी गल मन के पहली राणी नू महलों चों बाहर, शहर तो बाहर छोटा जिहा घर बना दिता, एक दो गोलियां दे दित्तियां, हुण तू महलों विच नहीं रह सकती। क्यों? पटरानी दूसरी बन गई है, उन्हें औलाद दिती है, उन्हें अंश वंश दिती राजे नू, उहदा हुण चलण लग पिया राज भाग। उन्हें पहली राणी नू महलों चों कढवा दिता। कई वरे वो पहली राणी बजुर्ग हो गई तो शहर तो बाहर छोटे जे मकान विच रहिंदी रही, राजे द्वारा दिती गोलियां उहदी सेवा करदियां रहियां। पर वो कच्चे घरां विच रह के भी, महल छड्ड के कच्चे घर में छोटे मकान च रह के भी खुश सी, क्योंकि साध संगत सुकून का संबंध अंदर दी मन दे नाल है। जे तुहाडा मन सुखी है, तुसी कच्चे विच भी खुश रह सकते हो। जे अंदरों मन नूं सुकून नहीं, तो महलों विच रह के भी लोग दुखी ने। ताइयों पातशाह ने कहा, जिहदे हिरदे विच रब दी याद है, वो तो कच्चियां विच भी खुश है। जिथे याद विसर जाए भाई, वो तो उच्चे उच्चे चुबारे, महल, मंदिर भी शमशान दे बराबर। कबीर जै घर साध न सेवी है, हर की पूजा नाहे, ते घर मर हट सारखे, भूत वसै तिन माहे। रब दी याद है तो कच्चा भी, छोटा मकान भी महलों दे बराबर है। ते जे रब दी याद नहीं, सोहने बने हुए चुबारे भी सब कुछ उजाड़ दे बराबर है। क्यों? उत्थे रब दी याद भुल गई है। जे पति नाल प्यार ना होवे तो कोठी जिड्डी वड्डी मर्जी होवे, उस घर विच कल कलेश है। पति नाल प्यार नहीं, वो कोठियां वो महल भी खाण नूं आउंदे ने। जिस घर विच प्यार है, वो छोटे मकानां विच भी परिवार सुखी रहिंदा है। जे परमात्मा नाल प्यार है, फिर कच्चे विच भी सुखी, कोठड़ी विच भी सुखी, ते जे प्यार नहीं, फिर महलों विच भी दुखी। ताइयों पातशाह ने बचन कहे, जिथे नाम जपीए प्रभ प्यारे, से अस्थल सोइन चौवारे। जिथे नाम न जपीए मेरे गोइंदा, सही नगर उजाड़ी जियो। वो तो उजाड़ दे बराबर है, क्यों? उत्थे सुख नहीं है। तो उस राणी नू महलों चों बाहर कढ़वा दिता। कई साल वो छोटे मकान च रहिंदी रही, पर खुश रही। क्यों? पति दी याद है हिरदे च, पति का प्यार है। तो जिहड़ी महलों विच पटराणी रहिंदी, उन्होंने कई साल गुजर गए। उन्हें गोलियां तो पुछया, जिन्हों मैं महलों चों कढ़वाया होया है, छोटे मकानां च रहिंदी है, किद्दां उहदा हाल? बहुत दुखी हुंदी होनी। तो एक गोली ने दस्या, नहीं महाराणी, वो जिहड़ी पहली महाराणी, वो तो छोटे मकान च रह के भी बहुत खुश है। कहंदी, अच्छा खुश क्यों है? हुण मनुख दा अपना दुख जिहड़ा है, वो साध संगत अपने दुख तो इन्ना दुखी नहीं, दूजे नूं दुखी करके सुखी होना चाहुंदा है। राणी ने कहा सुखी क्यों है? ते गोली ने फिर राज भेत की गल दसी। कहती उस पटरानी कोल ना राजे का दिता होया एक प्यार की निशानी है, 9 लखा हार है, उन्होंने गल च पा के रख दी है। 24 घंटे वो करके मैनू लगता है राजे की उन्होंने याद रहिंदी है। वो राजे की दिती निशानी समझ के राजे नू चेते करदी है तो खुश रहिंदी है। रब दियां दित्तियां दातां दाते की याद दवाउंदियां ने, फिर दातां कौड़ियां नहीं हो सकती। जिहड़ियां दित्तियां दातां दाते नूं भुल जाइए, फिर वो दातां कौड़ियां हो जांदियां। वो गोली ने दस्या, महाराणी पहली पटरानी खुश पता क्यों है? इन्ने सालों तो छोटे मकानां विच रह के भी तां खुश है, उहदे कोल 9 लखा हार है राजे का दिता। वो हार उहनूं राजे की याद दवाउंदा रहिंदा है। उस हार नूं उहने गल च पाया, उहनूं ऐ लगदा है वे राजा ही उहदे नाल है। इसलिए वो कच्चे छोटे मकान विच रह के भी बहुत खुश है। महलों वाली पटरानी उदास हो गई।
ਉਹਨੇ ਸੋਚਿਆ ਹੋਵੇ ਨਾ ਕਿਸੇ ਤਰ੍ਹਾਂ ਉਸ ਰਾਣੀ ਦੇ ਕੋਲੋਂ ਹਾਰ ਲੈ ਲਿਆ ਜਾਵੇ। ਉਹਨੇ ਜਾ ਕੇ ਉਹਦੀ ਖਬਰਸਾਰ ਪੁੱਛੀ ਤੇ ਉਹਨੂੰ ਕਿਹਾ, ਮੈਂ ਤੇਰੇ ਨਾਲ ਇੱਕ ਸੌਦਾ ਕਰਨਾ ਹੈ, ਦੱਸ ਕਿੰਨੇ ਪੈਸੇ ਚਾਹੀਦੇ ਨੇ। ਜਿਹੜਾ ਤੇਰੇ ਕੋਲ 9 ਲੱਖਾਂ ਹਾਰ ਹੈ ਇਹ ਮੈਨੂੰ ਦੇ ਦੇ, ਪੈਸੇ ਜਿੰਨੇ ਤੂੰ ਕਵੇਂ ਤੈਨੂੰ ਦੇ ਦਾਂਗੇ, ਇਹਦੇ ਬਦਲੇ 'ਚ ਜਿੰਨੇ ਗਹਿਣੇ ਚਾਹੀਦੇ ਨੇ ਉਹ ਗਹਿਣੇ ਲੈ ਲਾ, ਪਰ ਆ 9 ਲੱਖਾਂ ਹਾਰ ਮੈਨੂੰ ਦੇ ਦੇ। ਤੇ ਉਸ ਰਾਣੀ ਨੇ ਬਹੁਤ ਸੋਚਣ ਤੋਂ ਬਾਅਦ ਫਿਰ ਜਵਾਬ ਦਿੱਤਾ, ਕਹਿੰਦੀ ਹਾਂ ਮੈਂ ਤੈਨੂੰ ਇਹ ਹਾਰ ਵੇਚ ਸਕਦੀ ਹਾਂ। ਰਾਣੀ ਬੜੀ ਖੁਸ਼ ਹੋਈ। ਪਹਿਲੀ ਰਾਣੀ ਪਟਰਾਣੀ ਬੋਲੀ, ਮੈਂ ਤੈਨੂੰ ਹਾਰ ਵੇਚ ਸਕਦੀ ਹਾਂ ਪਰ ਪੈਸਿਆਂ ਦਾ ਨਹੀਂ, ਬਦਲੇ ਵਿੱਚ ਸੋਨਾ ਪੈਸਾ ਨਹੀਂ ਚਾਹੀਦਾ। ਤਾਂ ਰਾਣੀ ਪੁੱਛਦੀ ਫਿਰ ਹੋਰ ਕੀ ਚਾਹੀਦਾ? ਕਹਿਣ ਲੱਗੀ, ਬਦਲੇ ਵਿੱਚ ਮੈਨੂੰ ਹਰ ਰੋਜ਼ ਇੱਕ ਵਾਰ ਰਾਜੇ ਦੇ ਦਰਸ਼ਨ ਕਰਵਾ ਦਿਆ ਕਰ, ਮੈਨੂੰ ਮਹਿਲਾਂ ਵਿੱਚ ਜਾਣ ਦੀ ਇਜਾਜ਼ਤ ਦੇ ਦੇ, ਮੈਂ ਹਰ ਰੋਜ਼ ਇੱਕ ਵਾਰ ਦਰਸ਼ਨ ਕਰਾਂ, ਦਰਸ਼ਨ ਕਰਕੇ ਮੁੜ ਆਵਾਂ ਕਰਾਂਗੀ, ਇਹ ਮੈਨੂੰ ਇਜਾਜ਼ਤ ਦੇ ਦੇ। ਮਹਿਲਾਂ ਵਿੱਚ ਜਾ ਕੇ ਰਾਜੇ ਦੇ ਇੱਕ ਵਾਰ ਦਰਸ਼ਨ ਹੋ ਜਾਇਆ ਕਰਨ, ਪੈਸਾ ਨਹੀਂ ਲੈਣਾ, 9 ਲੱਖਾਂ ਹਾਰ ਤੂੰ ਲੈ ਲਾ, ਮੈਨੂੰ ਦਰਸ਼ਨ ਇੱਕ ਵਾਰ ਹੋ ਜਾਣ। ਤਾਂ ਉਸ ਮਹਿਲਾਂ ਵਾਲੀ ਰਾਣੀ ਨੇ ਸੋਚਿਆ ਤਾਂ ਸੌਦਾ ਹੀ ਸਸਤਾ ਹੈ, ਨਾ ਕੋਈ ਸੋਨਾ ਦੇਣਾ ਪਿਆ ਬਦਲੇ 'ਚ, ਨਾ ਕੋਈ ਪੈਸਾ ਦੇਣਾ ਪਿਆ, ਇੱਕ ਵਾਰ ਦਾ ਕੀ ਹੈ, ਮਾੜੀ ਜਿਹੀ ਮਹਿਲਾਂ ਵਿੱਚ ਆਏਗੀ, ਰਾਜੇ ਨੂੰ ਵੇਖ ਕੇ ਮੁੜ ਜਾਏਗੀ, ਪਟਰਾਣੀ ਤਾਂ ਮੈਂ ਹੀ ਰਹਿਣਾ ਹੈ। ਉਹਨੇ ਇਜਾਜ਼ਤ ਦੇ ਦਿੱਤੀ। ਕਈ ਵਰਿਆਂ ਕਈ ਸਾਲਾਂ ਬਾਅਦ ਹੁਣ ਪਹਿਲੀ ਵਾਰ ਪਹਿਲੇ ਵਾਲੀ ਬਜ਼ੁਰਗ ਹੋਈ ਰਾਣੀ ਮਹਿਲਾਂ ਵਿੱਚ ਆਈ ਹੈ। ਉਹਨੇ ਕਿੰਨੇ ਸਾਲਾਂ ਬਾਅਦ ਰਾਜੇ ਦੇ ਦਰਸ਼ਨ ਕੀਤੇ। 9 ਲੱਖਾਂ ਹਾਰ ਬਦਲੇ ਵਿੱਚ ਉਹਨੂੰ ਦੇ ਦਿੱਤਾ ਹੈ। ਆ ਕੇ ਰਾਜੇ ਦੇ ਦਰਸ਼ਨ ਪਾਏ, ਡੰਡੌਤ ਕੀਤੀ, ਰਾਜੇ ਦੇ ਪੈਰਾਂ 'ਚ ਮੱਥਾ ਟੇਕਿਆ, ਅੱਖਾਂ ਵਿੱਚ ਹੰਝੂ ਸਨ। ਰਾਜੇ ਨੇ ਉਹਦੇ ਹੰਝੂ ਪੂੰਝੇ ਤੇ ਹੱਥ ਜੋੜ ਕੇ ਰਾਜੇ ਦੇ ਦਰਸ਼ਨ ਕਰ ਰਹੀ ਹੈ। ਹੱਥ ਜੋੜ ਕੇ ਕਹਿੰਦੀ ਹੈ, ਰਾਜਨ ਤੁਹਾਡਾ ਸ਼ੁਕਰਾਨਾ ਹੈ, ਤੁਸੀਂ ਦਰਸ਼ਨ ਦਿੱਤੇ, ਤੁਹਾਡਾ ਧੰਨਵਾਦ ਹੈ, ਤੁਸੀਂ ਇੰਨੇ ਸਾਲਾਂ ਬਾਅਦ ਮੈਨੂੰ ਦੀਦਾਰ ਦਿੱਤੇ। ਤਾਂ ਉਹ ਰਾਜਾ ਕਹਿੰਦਾ, ਮੇਰਾ ਸ਼ੁਕਰਾਨਾ ਨਾ ਕਰ, ਸ਼ੁਕਰ ਕਰਨਾ, ਸ਼ੁਕਰਾਨਾ ਕਰਨਾ ਤਾਂ ਉਸ ਰਾਣੀ ਦਾ ਕਰ ਜਿਹਨੇ ਤੈਨੂੰ ਇਜਾਜ਼ਤ ਦਿੱਤੀ ਹੈ, ਤੈਨੂੰ ਗੋਲੀ ਤੋਂ ਦੁਬਾਰਾ ਰਾਣੀ ਹੋਣ ਦਾ ਅਵਸਰ, ਮਹਿਲਾਂ ਵਿੱਚ ਆਉਣ ਦਾ ਅਵਸਰ ਦਿੱਤਾ ਹੈ, ਉਹਦਾ ਸ਼ੁਕਰਾਨਾ ਕਰ। ਹੁਣ ਪਟਰਾਣੀ ਉਹ ਹੈ ਮਹਿਲਾਂ ਦੀ, ਤੈਨੂੰ ਇਜਾਜ਼ਤ ਉਹਨੇ ਦਿੱਤੀ ਹੈ, ਇਸ ਲਈ ਤੂੰ ਉਹਦਾ ਧੰਨਵਾਦ ਕਰ, ਮੇਰਾ ਨਾ ਕਰ। ਕਦੇ ਰਾਜੇ ਅੱਗੇ ਬੋਲੀ ਨਹੀਂ ਸੀ, ਅੱਜ ਥੋੜੀ ਉੱਚੀ ਆਵਾਜ਼ 'ਚ ਬੋਲੀ, ਕਹਿੰਦੀ, ਰਾਜਨ ਬਾਦਸ਼ਾਹ ਫਿਰ ਮੈਂ ਉਹਦਾ ਸ਼ੁਕਰਾਨਾ ਨਹੀਂ ਕਰਾਂਗੀ। ਉਹਦਾ ਕਿਉਂ ਕਰਾਂ ਸ਼ੁਕਰਾਨਾ? ਜਿਹੜੀ ਆਪਣੇ ਪਤੀ ਦੇ ਦਰਸ਼ਨ ਵੇਚ ਦਿੰਦੀ ਹੈ, ਉਹਦਾ ਸ਼ੁਕਰਾਨਾ ਕਿਉਂ ਕਰਾਂ? ਫਿਰ ਜੇ ਸ਼ੁਕਰ ਕਰਨਾ, ਮੈਂ ਤੇਰੇ ਦਿੱਤੇ 9 ਲੱਖੇ ਹਾਰ ਦਾ ਸ਼ੁਕਰਾਨਾ ਕਰਾਂ, ਜਿਹਦੇ ਬਦਲੇ ਵਿੱਚ ਮੈਨੂੰ ਤੇਰੇ ਦੀਦਾਰ ਕਰਨ ਦੀ ਰੋਜ਼ ਆਗਿਆ ਮਿਲੀ ਹੈ। ਜਿਹਨੇ ਆਪਣੇ ਪਤੀ ਦੇ ਦਰਸ਼ਨ ਵੇਚ ਦਿੱਤੇ, ਉਹਦਾ ਕਿਉਂ ਸ਼ੁਕਰਾਨਾ ਕਰਾਂ? ਜਦੋਂ ਰਾਜੇ ਨੂੰ ਇਹ ਗੱਲ ਸਮਝ ਪਈ, ਪਤਾ ਲੱਗਾ, ਉਹਨੇ ਕਿਹਾ, 9 ਲੱਖਾਂ ਹਾਰ ਦੇ ਕੇ ਤੂੰ ਬਦਲੇ ਵਿੱਚ ਦਰਸ਼ਨ ਖਰੀਦੇ ਨੇ, ਇਹਦਾ ਮਤਲਬ ਉਹਨੂੰ ਮੇਰੇ ਨਾਲ ਪਿਆਰ ਨਹੀਂ, ਉਹਨੂੰ 9 ਲੱਖੇ ਹਾਰ ਨਾਲ ਪਿਆਰ ਹੈ। ਜਿਹਨੇ 9 ਲੱਖੇ ਹਾਰ ਦੇ ਬਦਲੇ ਦੀਦਾਰ ਵੇਚ ਦਿੱਤੇ, ਤੂੰ 9 ਲੱਖੇ ਹਾਰ ਦੀ ਪਰਵਾਹ ਨਹੀਂ ਕੀਤੀ, ਮੇਰੇ ਇੱਕ ਦਰਸ਼ਨ ਝਲਕ ਵਾਸਤੇ ਉਹ ਹਾਰ ਲਾ ਕੇ ਦੇ ਦਿੱਤਾ। ਅੱਜ ਤੋਂ ਬਾਅਦ ਤੂੰ ਮਹਿਲਾਂ ਦੀ ਪਟਰਾਣੀ, ਉਹ ਪਟਰਾਣੀ ਹੁੰਦਿਆਂ ਗੋਲੀ, ਉਹ ਰਾਣੀ ਹੁੰਦਿਆਂ ਸੁਆਣੀ। ਰਾਜੇ ਨੇ ਹੁਕਮ ਜਾਰੀ ਕੀਤਾ, ਉਹਨੂੰ ਕਹੋ ਮਹਿਲਾਂ 'ਚੋਂ ਬਾਹਰ ਨਿਕਲ ਜਾਏ, 9 ਲੱਖਾਂ ਹਾਰ ਆਪਣੇ ਕੋਲ ਰੱਖੇ। ਅੱਜ ਤੋਂ ਬਾਅਦ ਉਹ ਮਹਿਲਾਂ ਵਿੱਚ ਰਹਿਣ ਦਾ ਅਧਿਕਾਰ ਗਵਾ ਬੈਠੀ ਹੈ, ਰਾਜੇ ਦੀ ਰਾਣੀ ਹੋਣ ਦਾ ਅਧਿਕਾਰ ਗਵਾ ਬੈਠੀ ਹੈ, ਇਹਨੂੰ ਮਹਿਲਾਂ 'ਚੋਂ ਬਾਹਰ ਕੱਢ ਦਿਓ। ਜਦੋਂ ਉਸ ਪਟਰਾਣੀ ਨੂੰ ਮਹਿਲਾਂ 'ਚੋਂ ਬਾਹਰ ਕੱਢਿਆ ਨਾ, ਤੇ ਰਾਜੇ ਨੇ ਚੁੱਕ ਕੇ 9 ਲੱਖਾਂ ਹਾਰ ਮਾਰਿਆ, ਆ ਚੁੱਕ, ਤੈਨੂੰ ਆਈਓ ਚਾਹੀਦਾ ਸੀ। ਉਹ ਉਸ 9 ਲੱਖੇ ਹਾਰ ਦਾ ਇੱਕ ਇੱਕ ਮੋਤੀ ਤੋੜ ਕੇ ਗੁੱਸੇ ਵਿੱਚ ਸੁੱਟ ਰਹੀ ਹੈ, ਮੇਰੇ ਕੋਲੋਂ ਇਹ ਗਲਤੀ ਕਿਵੇਂ ਹੋ ਗਈ? ਮੈਂ ਰਾਜੇ ਦਾ ਪਿਆਰ ਗਵਾ ਦਿੱਤਾ ਹੈ, ਮੈਂ ਰਾਜੇ ਦਾ ਪਿਆਰ ਗਵਾ ਦਿੱਤਾ, ਵੇਚ ਦਿੱਤਾ ਇਸ ਹਾਰ ਲਈ। ਉਸ ਹਾਰ ਤੇ ਗੁੱਸਾ ਹੁੰਦੀ ਹੈ, ਇੱਕ ਇੱਕ ਮੋਤੀ ਤੋੜ ਕੇ ਪੈਰਾਂ ਥੱਲੇ ਸੁੱਟ ਰਹੀ ਹੈ।
ਤੇ ਜੋ ਦੁਖੀ ਹੋ ਕੇ ਉਹ ਰਾਣੀ ਕਹਿੰਦੀ ਹੈ, ਇਹ 9 ਲੱਖੇ ਹਾਰ ਦਿਆ ਮੋਤੀਆ, ਜੇ ਮੈਨੂੰ ਪਤਾ ਹੁੰਦਾ ਨਾ ਹਾਰ ਕਰਕੇ ਮੈਂ ਰਾਜੇ ਦਾ ਪਿਆਰ ਗਵਾ ਲੈਣਾ, ਹਾਰ ਕਰਕੇ ਮੈਂ ਹਾਰ ਜਾਣਾ, ਤਾਂ ਮੈਂ ਹਾਰ ਨੂੰ ਹੱਥ ਵੀ ਨਾ ਲਾਉਂਦੀ। ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਕਵੀ ਭਾਈ ਚੂੜਾ ਜੀ ਲਿਖਦੇ ਨੇ, ਉਹ ਕਹਿੰਦੇ ਜਦੋਂ ਆਹ ਕੁਝ ਹਾਲਾਤ ਬਣੀ, ਜਿੱਦਣ ਸਿੱਖਾ ਤੈਨੂੰ ਇਹ ਸਮਝ ਪੈ ਗਈ ਕਿ ਪਦਾਰਥਾਂ ਕਰਕੇ ਤੂੰ ਪਰਮਾਤਮਾ ਤੋਂ ਦੂਰ ਜਾ ਰਿਹਾ, ਉਦਣ ਪਦਾਰਥਾਂ ਨੂੰ ਤੋੜ ਕੇ ਪਰੇ ਸੁੱਟ ਦੇਂਗਾ। ਇਸ ਮਾਇਆ ਮੋਹਣੀ ਪਦਾਰਥ ਨੇ ਤੈਨੂੰ ਰੱਬ ਤੋਂ ਦੂਰ ਕਰ ਦਿੱਤਾ, ਕਿਤੇ ਤੈਨੂੰ ਉਸ ਰਾਣੀ ਦੀ ਤਰ੍ਹਾਂ ਵਿਸ਼ੋਹ ਪੈਦਾ ਹੋ ਜਾਏ, ਤੈਨੂੰ ਅੰਦਰੋਂ ਦਰਦ ਪੈਦਾ ਹੋ ਜਾਏ। ਭਾਈ ਚੂੜਾ ਜੀ ਲਿਖਦੇ, ਕਹਿੰਦੇ ਛਾਲਾ ਹਾਰ ਟੁੱਟੇ ਅੱਧ ਵਿੱਚੋਂ, ਤੇਰੇ ਥੀਵਣ ਲਾਲ ਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰਿੰਦਾ, ਤਾਂ ਹਾਰੇ ਹੱਥ ਨਾ ਲਾਈ। ਜੇ ਮਨ 'ਚ ਪਤਾ ਹੁੰਦਾ ਵੇ ਹਾਰ ਕਰਕੇ ਮੈਂ ਪਿਆਰ ਹਾਰ ਜਾਣਾ, ਤਾਂ ਮੈਂ ਹੱਥ ਵੀ ਨਾ ਲਾਉਂਦਾ। ਇੱਕ ਦੁਹਾਗ ਵਿਆ ਮਸਲਤ ਜਗ ਦੀ, ਹੋ ਕਿਸ ਨੂੰ ਆਖ ਸੁਣਾਈ, ਚੂੜਾ ਮਨ ਬੰਧਿੰਦੀਆਂ ਮਾਰਾਂ, ਵੇ ਮੈਂ ਲੁੱਟੀਆਂ ਵੇ ਪਰਵਾਹੀ। ਭਾਈ ਜਿਨ੍ਹਾਂ ਨੂੰ ਪਤਾ ਲੱਗਾ ਪਦਾਰਥਾਂ ਕਰਕੇ ਪਰਮਾਤਮਾ ਤੋਂ ਟੁੱਟ ਰਹੇ, ਉਹਨੇ ਫਿਰ ਰੱਬ ਅੱਗੇ ਅਰਦਾਸ ਕੀਤੀ ਕਿ ਹੇ ਦਾਤਾ, ਤੂੰ ਪਦਾਰਥ ਪੁੱਤਰ ਧੀਆਂ ਦਿੱਤੇ, ਪਰ ਤੇਰੀ ਯਾਦ ਨਾ ਵਿਸਰੇ, ਇਹ ਕਿਰਪਾ ਕਰੀ। ਤਾਈਓ ਪਾਤਸ਼ਾਹ ਫਿਰ ਇਹ ਬਚਨ ਕਹਿੰਦੇ ਸ੍ਰੀ ਰਾਗ ਅੰਦਰ, ਅਰਦਾਸ ਕਰਿਆ ਕਰ ਕਿ ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨਾ ਆਵੇ ਨਾਉ। ਆ ਸਭ ਕੁਝ ਮਿਲੇ, ਪਰ ਦਾਤਾ ਮਤਾਂ ਕਿਤੇ ਤੇਰਾ ਨਾਮ ਭੁੱਲ ਜਾਏ, ਆਪਣੇ ਤੋਂ ਵਿਛੋੜ ਨਾ ਦਈ। ਤਾਈਓ ਅੱਜ ਪਾਤਸ਼ਾਹ ਬਚਨ ਕਹਿੰਦੇ, ਪਲ ਚ ਸਗਲੀ ਮੋਈ, ਝੂਠੇ ਧੰਦੇ ਮੋਹ, ਇਕਸ ਹਰ ਕੇ ਨਾਮ ਬਿਨ, ਅੱਗੇ ਲਈਏ ਖੋਏ। ਇਹ ਸਭ ਕੁਝ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਗੈਰ ਅੱਗੇ ਖੋਹ ਲਿਆ ਜਾਏਗਾ, ਭਾਵ ਨਾਲ ਨਹੀਂ ਜਾਏਗਾ। ਨਾਲ ਕੀ ਜਾਣਾ? ਉਸ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ। ਇਸ ਲਈ ਭਾਈ ਅਰਦਾਸ ਕਰ, ਜਿਹਦੀ ਪਤੀ ਨਾਲ ਬਣ ਗਈ ਉਹਨਾਂ ਸਹੁਰੇ ਘਰ ਵਿੱਚ ਸਾਰੇ ਸੁੱਖ ਨੇ, ਜਿਹਦੀ ਪਤੀ ਨਾਲ ਨਾ ਬਣੇ ਉਹਦੀ ਸਹੁਰੇ ਘਰ ਵਿੱਚ ਸਭ ਕੁਝ ਹੁੰਦਿਆਂ ਵੀ ਸੁੱਖ ਨਹੀਂ ਹੈ। ਤਾਈਓ ਪਾਤਸ਼ਾਹ ਨੇ ਵਡਹੰਸ ਰਾਗ ਅੰਦਰ ਇੱਕ ਬਚਨ ਕਿਹਾ, ਚੂੜਾ ਭੰਨ ਪਲੰਗ ਸਿਉ ਮੁੰਦੇ, ਸਣਵਾਹੀ ਸਣਵਾਹਾ, ਇੱਥੇ ਵੇਸ ਕਰਿੰਦੀਏ ਮੁੰਦੇ, ਸ਼ੌਹਰਾ ਤੋਂ ਅਵਰਾਹਾ, ਨਾ ਮਨੀਹਾਰ ਨਾ ਚੂੜੀਆਂ, ਨਾ ਸੇ ਬੰਗੜੀਆਂ, ਜੋ ਸ਼ੈ ਕੰਤ ਨਾ ਲੱਗੀ। ਜਿਹੜੀਆਂ ਉਸ ਕੰਤ ਪਿਆਰੇ ਨਾਲ ਨਹੀਂ ਜੁੜੀਆਂ, ਜੋ ਸ਼ੈ ਕੰਤ ਨਾ ਲੱਗੀਆਂ, ਜਲਣ ਸੇ ਬਾਹੜੀਆਂ। ਬਾਹਾਂ ਭਾਵੇਂ ਸੋਨੇ ਨਾਲ ਹੱਥ ਮੜੇ ਹੋਣ, ਚੂੜੇ ਨਾਲ ਬਾਹਾਂ ਮੜੀਆਂ ਹੋਣ, ਭਾਈ ਜੇ ਉਸ ਕੰਤ ਪਿਆਰੇ ਪਤੀ ਦੇ ਗਲ ਨਹੀਂ ਲੱਗੀਆਂ ਤਾਂ ਸਭ ਕੁਝ ਵਿਅਰਥ। ਇੱਦਾਂ ਤੇਰੇ ਕੋਲ ਧਨ ਦੌਲਤ ਪਦਾਰਥ ਪੁੱਤਰ ਧੀਆਂ ਸੰਸਾਰ ਸਭ ਕੁਝ ਹੋਵੇ, ਰੱਬ ਦੀ ਯਾਦ ਹਿਰਦੇ ਵਿੱਚ ਨਹੀਂ ਤਾਂ ਯਾਦ ਰੱਖੀ ਸਭ ਕੁਝ ਵਿਅਰਥ ਹੈ। ਇਸ ਲਈ ਪਾਤਸ਼ਾਹ ਬਚਨ ਕਹਿੰਦੇ, ਦਾਈ ਵਿਸਾਰ, ਉਸ ਪਰਮਾਤਮਾ ਵਾਹਿਗੁਰੂ ਦਾਤੇ ਨੂੰ ਵਿਸਾਰ ਕੇ ਵਿਗੁਚਣ ਲੋਕ ਖੁਆਰ ਹੋ ਰਹੇ ਹਨ। ਪ੍ਰਭ ਨੇ ਅਵਰ ਨ ਕੋਏ,
उस प्यारे परमात्मा तो बगैर कोई भी साथ देने वाला नहीं। लोग उहदे नाम तो बगैर खुआर हो रहे हैं। अगे पातशाह ने बचन कहे, प्रीतम चरणी जो लगे तिन की निर्मल सोए। जिहड़े उस प्यारे प्रीतम वाहिगुरु के चरणों नाल नाम नाल लग गए भाई, वो निर्मल हो गए। वो पदार्थों में रहिंदियां मैल रहत, वो पदार्थ छड्ड के नहीं भजे, वो गुरसिख जोगी बन गए। संसार विच भी रहे, बन से सदन सबह कर समझो, मन ही माहे उदासा। वो अंदर उदासी उन्हां मन में धारण की और साध संगत उन्हीं घर नूं जंगल समझे, छड्ड के नहीं भजे, निर्मल हो गए। एक सहर के नाम बिन दुनिया खुआर होई, ते दूजे पासे वाहिगुरु के नाम नाल जुड़ के वो निर्मल हो गए। पदार्थों में रहिंदियां सुख माणिया। प्रीतम चरणी जो लगे तिन की निर्मल सोए। उन्हों का हर कर्म निर्मल, मैल रहत उन्हों वास्ते माया पवित्र हो गई। माया में रहिंदियां उन्हीं प्यारे नूं पा लिया। अगे पातशाह ने बचन कहे, जे तू चाहुना तेरे नाल ये सब कुछ प्राप्त होवे, तैनूं पुत्र धीआं पदार्थ पुत्र कलतर विच रहिंदियां तू सुखी हो सके, तो दे वास्ते वाहिद इक्को एक हल है। अपने गुरु संत परमात्मा परमेश्वर दे अगे अरदास कर, कह अपने सतगुर नूं कि नानक की प्रभ बेनती, प्रभ मिलो प्राप्त होए। पातशाह बेनती है, किरपा करके तुसी मिलो, मन नूं मेल के रखो, तुहाडी एक प्राप्ति हो जाए। पदार्थों में रहिंदियां हे दाता तेरी याद ना विसरे, ये बेनती कर। ताइयों पातशाह ने बचन कह, रोज बेनती करया कर। विसर नाही दातार अपना नाम दे हो, गुण गावा दिन रात नानक चाओए हो। नानक की प्रभ बेनती, प्रभ मिलो प्राप्त होए। तो पातशाह ने अखीर फिर बचन कहे, कहते वैसाख सुहावा तां लगे। उन्होंने वास्ते वैसाख सोहना है, क्योंकि उन्होंने अंबा वर्गी ठंडी छां, संघनी छां गुरु के नाम की मिल गई, गुरु की गोद की मिल गई। वो हुण सोहना हो गया। वैसाख सुहावा तां लगे, जां संत भेटे हर सोए। हरि परमात्मा संत नूं मिले, उन्हों मिलन दे नाल वैसाख सोहना हो गया। उठदियां बहिंदियां पुत्र धीआं पदार्थां विच रहिंदियां हर वक्त उस प्यारे नाल मेल है। चित्त मन उन्हों जप रहा सतनाम श्री वाहिगुरु। फिर पदार्थों में रहिंदियां सुखी। वैसाख भी सोहना हो गया। जिथे ये वैसाख का महीना, उत्थे इस वैसाखी की पुन्निया नूं सिख पंथ के अंदर बहुत वड्डी महानता है। इस दिन सन 1699 ईस्वी की वैसाखी नूं श्री गुरु गोबिंद सिंह महाराज कलगीधर दशमेश पिता सतगुरु जी ने 80,000 का इकट्ठ श्री आनंदपुर साहब की धरती ते कीता। सरबत सिखां नूं सद के अज तक गुरु के चरणों में पदार्थों की भेटा चढ़ती रही, माया की भेटा चढ़ती रही। 6वें पातशाह ने फिर शस्त्रां की भेटा मंगनी शुरू की, पर 10वें पातशाह वेले बड़ी हैरानी हुई। शस्त्रां की भेटा मंगण वाला गुरु अज सिखां कोलों सीस की भेटा मंगण लग पिया। पातशाह ने सीस की भेटा मंगी, मैनू एक सीस चाहिए। लोगों में हफड़ा दफड़ी मच गई, पर सिदक वालियां उठ के गुरु अगे सीस भेंट किया। सब तो पहला प्यारे भाई दया सिंह जी, फिर भाई धर्म सिंह जी, फिर भाई हिम्मत सिंह जी, फिर भाई मोहकम सिंह जी, फिर भाई साहिब सिंह जी। 5 सीस गुरु गोबिंद सिंह महाराज जी ने लए। उन्होंने सुरजीत करके खंडे वाटे की पौल अमृत की दात दी। बाद विच पातशाह ने 5 दे पासों खुद अमृत छकिया।
और हजूर ने हुक्म किया, आओ खालसा जी, खालसा गुरु, गुरु खालसा करूँ मैं अब, जैसे गुरु नानक जी अंगद को कीने हो। पातशाह ने गुरु ते चेले दी उस धरती उत्ते प्रतख रीत दर्शाई। अज का दिन विसाखी का महान पुरब खालसा पंथ मना रहा है। ये खालसा पंथ का महान सिरजना पुरब है। लख लख वधाइयां। अरदास करियो सच्चे पातशाह किरपा नदर करन, दसम पातशाह की दिती हुई दात, खंडे वाटे की पौल अमृत की दात सानू भी प्राप्त होवे, तां जो साडा जीवन जन्म सफल हो सके। ये अमृत की दात उन्होंने मिलती है जिन्हां ते सतगुरु त्रुट के किरपा करते हैं। सुर नर मुन जन अमृत खोज दे, सो अमृत गुर ते पाया, पाया अमृत गुर किरपा कीनी, सच्चा मन वसाया, जी जंत सब तुदो पाए, एक वेख परसन आया, लब लोभ अहंकार चुका, सतगुरु भला पाया, कह नानक जिसनों आप तुठा, तिन अमृत गुर ते पाया। जिन्हों उत्ते सतगुरु त्रुठन उन्होंने ये अमृत की दात मिलती है। सतगुरु किरपा बख्शिश करन, आपां सारिआं नूं ये दात नसीब होवे, गुरु दे पुत्र धीआं बन के जीवन जन्म आपां सफल करिए। एक बार सारे प्यार नाल गुरु का शुकराना करदिआं होइआं आपां पढ़ीए, सो अमृत गुर ते पाया, 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 सो अमृत गुर ते, सो अमृत गुर ते पाया, सो अमृत गुर ते पाया। सतगुरु किरपा बख्शिश करन, आपां सारिआं दी झोली विच नाम अमृत दी और खंडे वाटे दी पौल अमृत दी दात सतगुरु बख्शिश करन, तां जो ये हो जाण लोक सुखीए परलोक सुहेले, नानक हर प्रभ आपे मेले। इन्नियां बेनतियां प्रवान करनियां जी। आओ आखिरी पंक्ति का पाठ सरवण करिए, फिर समाप्ति है। नानक की प्रभ बेनती, प्रभ मिलो परापत होए, वैसाख सुहावा तां लगे, जा संत पेटे हर सोए। वाहिगुरु जी का खालसा, वाहिगुरु जी की फतेह।